ਰਾਮਕਲੀ ਮਹਲਾ ਪਹਿਲਾ। ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ 9ਵਾਂ ਸ਼ਬਦ ਉਚਾਰਨ ਕਰ ਰਹੇ ਹਨ। ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ। ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਰਾਜ ਰਹੇ ਸਨ। ਤਦੋਂ ਬਾਬਾ ਬੁੱਢਾ ਜੀ ਅਤੇ ਭਾਈ ਲਹਿਣਾ ਜੀ ਇਤਿਆਦਿ ਗੁਰਸਿੱਖਾਂ ਨੇ ਸਤਿਗੁਰਾਂ ਨੂੰ ਪ੍ਰਸ਼ਨ ਕੀਤਾ ਕਿ ਇਹ ਮਹਾਰਾਜ ਜੀ, ਪਰਮਾਤਮਾ ਨੂੰ ਕੋਈ ਖੀਰ ਸਮੁੰਦਰ ਵਸਦਾ ਕਹਿੰਦਾ, ਕੋਈ ਸਤਵੇਂ ਪਤਾਲ ਜਾਂ ਸਤਵੇਂ ਆਕਾਸ਼ ਆਦਿਕ ਵਿੱਚ ਵਸਦਾ ਕਹਿੰਦਾ, ਪਰ ਤੁਸੀਂ ਦੱਸੋ ਕਿ ਉਹ ਪਰਮਾਤਮਾ ਵਸਦਾ ਕਿੱਥੇ ਹੈ? ਤਾਂ ਉੱਤਰ ਵਿੱਚ ਸਤਿਗੁਰੂ ਜੀ ਮਹਾਰਾਜ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ, ਇਹ ਭਾਈ ਸਾਗਰ ਮਹਿ ਬੂੰਦ। ਉਹ ਪਰਮਾਤਮਾ ਸਮੁੰਦਰ ਦੇ ਵਿੱਚ ਸਮੁੰਦਰ ਰੂਪ ਹੈ। ਬੂੰਦ ਮਹਿ ਸਾਗਰ, ਅਤੇ ਬੂੰਦ ਦੇ ਵਿੱਚ ਬੂੰਦ ਰੂਪ ਹੋ ਕੇ ਵਸ ਰਿਹਾ ਹੈ। ਇਸ ਭੇਤ ਨੂੰ ਕਵਣ ਬੁੱਝੈ ਬਿਦ ਜਾਣੈ। ਕਿਹੜਾ ਬੁੱਝਦਾ ਹੈ? ਉਹੀ ਬੁੱਝਦਾ ਜੋ ਗੁਰਾਂ ਦੀ ਸ਼ਰਨ ਵਿੱਚ ਆਉਂਦਾ, ਜੋ ਗੁਰਾਂ ਦੁਆਰਾ ਇਸ ਭੇਦ ਦੀ ਜੁਗਤੀ ਨੂੰ ਜਾਣਦਾ, ਉਹੀ ਸਮਝਦਾ। ਜਾਂ ਕਵਣ ਬਿਦ ਜਾਣੈ, ਕਿਹੜਾ ਸ੍ਰਿਤੀ ਨੂੰ ਜਾਣਦਾ? ਜੋ ਗੁਰਾਂ ਦੁਆਰਾ ਆਪਣੇ ਸਰੂਪ ਦੀ ਏਕਤਾ ਬਾਰੇ ਪੁੱਛਦਾ ਸਮਝਦਾ, ਉਹੀ ਇਸ ਰੀਤੀ ਨੂੰ ਜਾਣਦਾ। ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਸਾਗਰ ਮਹਿ ਬੂੰਦ। ਸਮੁੰਦਰ ਦੇ ਵਿੱਚ ਵੀ ਬੂੰਦ ਰੂਪ ਦੇ ਵਿੱਚ ਪਾਣੀ ਹੁੰਦਾ ਹੈ। ਬੂੰਦ ਮਹਿ ਸਾਗਰ, ਸਮੁੰਦਰ ਵਿੱਚ ਵੀ ਪਾਣੀ ਹੈ, ਬੂੰਦਾਂ ਦਾ ਇਕੱਠ ਹੈ ਤੇ ਬੂੰਦ ਵਿੱਚ ਵੀ ਪਾਣੀ ਹੁੰਦਾ। ਇਸੇ ਪ੍ਰਕਾਰ ਕਵਣ ਬੁੱਝੈ ਬਿਦ ਜਾਣੈ। ਇਹਨੂੰ ਸਮਝਦਾ ਕੌਣ? ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ। ਜਿਵੇਂ ਸਮੁੰਦਰ 'ਚ ਵੀ ਪਾਣੀ ਹੈ ਤੇ ਬੂੰਦ ਵਿੱਚ ਵੀ ਪਾਣੀ ਹੈ, ਇਸੇ ਪ੍ਰਕਾਰ ਸਾਗਰ ਮਹਿ ਬੂੰਦ। ਸਮੁੰਦਰ ਦੀ ਤਰ੍ਹਾਂ ਹੈ ਬ੍ਰਹਮ ਤੇ ਬੂੰਦ ਦੀ ਤਰ੍ਹਾਂ ਹੈ ਜੀਵ। ਦੋਨਾਂ ਵਿੱਚ ਚੇਤਨ ਸੱਤਾ ਹੋਣ ਕਰਕੇ ਇੱਕ ਹੀ ਸਰੂਪ ਹੈ। ਬੂੰਦ ਮਹਿ ਸਾਗਰ, ਜੀਵ ਰੂਪੀ ਬੂੰਦ ਦੇ ਵਿੱਚ ਵਾਹਿਗੁਰੂ ਬ੍ਰਹਮ ਰੂਪੀ ਚੇਤਨ ਰੂਪੀ ਸਮੁੰਦਰ ਸਮਾਇਆ ਹੋਇਆ ਹੈ। ਤੇ ਅੰਤ ਨੂੰ ਜਿਵੇਂ ਘੜੇ 'ਚ ਪਾਣੀ ਪਾ ਕੇ ਤੇ ਪਾਣੀ 'ਚ ਰੱਖ ਦਿਓ, ਕੀ ਕਹਾਂਗੇ? ਘੜੇ 'ਚ ਪਾਣੀ ਕਿ ਪਾਣੀ 'ਚ ਘੜਾ? ਪਾਣੀ ਵਿੱਚ ਘੜਾ ਪਿਆ ਹੋਇਆ ਤੇ ਘੜੇ ਦੇ ਵਿੱਚ ਵੀ ਪਾਣੀ ਹੈ। ਡੰਡਾ ਫੜ ਕੇ ਘੜਾ ਭੰਨ ਦਿਓ, ਫਿਰ ਕੀ ਆਖੋਗੇ? ਕਿੱਥੇ ਗਿਆ ਘੜੇ ਵਾਲਾ ਪਾਣੀ? ਉਹ ਪਾਣੀ 'ਚ ਮਿਲ ਗਿਆ, ਕੋਈ ਵੱਖ ਨਹੀਂ ਕਰ ਸਕਦਾ। ਇਉਂ ਜੋ ਜਲ ਮੈਂ ਜਲਾਈ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਈ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਬ੍ਰਹਮ ਹੈ ਬ੍ਰਹਮ ਮਿਲਿਆ, ਕੋਈ ਨਾ ਸਾਕੈ ਭਿੰਨ ਕਰ ਬਲਰਾਮ ਜੀਓ। ਉਦ ਭੁਜ ਚਲਤ ਆਪ ਘਰ ਚੀਨੈ। ਜੋ ਧਰਤੀ ਨੂੰ ਪਾੜ ਕੇ ਨਿਕਲਣ ਵਾਲੀ ਬਨਸਪਤੀ, ਉਤ ਭੁਜ, ਭੁਜ ਦਾ ਅਰਥ ਹੈ ਬਾਹਾਂ। ਬਾਹਾਂ ਉੱਪਰ ਨੂੰ ਕੀਤੀਆਂ। ਜਿਸ ਤਰ੍ਹਾਂ ਦਰਖਤ ਹੈ ਉਹਦਾ ਸਿਰ ਥੱਲੇ ਹੈ, ਮਤਲਬ ਮੁੱਢ ਥੱਲੇ ਹੈ, ਅਤੇ ਟਾਹਣੀਆਂ ਨੂੰ ਬਾਹਾਂ ਉੱਪਰ ਨੂੰ ਹੈ, ਉਹਨੂੰ ਕਹਿੰਦੇ ਉਤ ਭੁਜ। ਬਨਸਪਤੀ ਆਦਿਕ ਚਾਰੇ ਖਾਣੀਆਂ ਰੂਪ ਜਾਂ ਉਤਕ੍ਰਿਸ਼ਟ ਭੁਜਾਵਾਂ ਵਾਲੇ ਪ੍ਰਭੂ ਨੇ ਇਹ ਸੰਸਾਰ ਰੂਪੀ ਚਲਤ ਤਮਾਸ਼ਾ ਰਚਿਆ ਹੈ ਅਤੇ ਉਹ ਇਸ ਨੂੰ ਰਚ ਕੇ ਆਪ ਹੀ ਜਾਣਦਾ ਹੈ। ਐਸਾ ਗਿਆਨ ਆਪੇ ਤਤ ਪਛਾਣੈ। ਅਤੇ ਆਪ ਹੀ ਪੰਜਾਂ ਤੱਤਾਂ ਦੇ ਮਿਲੋਣ ਨੂੰ ਪਹਿਚਾਣਦਾ ਹੈ। ਜਾਂ ਜਗਤ ਵੀ, ਤੱਤ ਵੀ, ਜਾਣਨ ਵਾਲਾ ਵੀ ਅਤੇ ਉਤਪਤੀ ਰੂਪ ਵੀ, ਸਰਬ ਰੂਪ ਆਪ ਹੀ ਹੈ। ਸੋ ਸਰਬ ਜੋ ਤੇਰੀ ਪਸਰ ਰਹੀ, ਸਰਬੀ ਰੰਗੀ ਰੂਪੀ ਤੂੰ ਹੈ। ਤਿਸ ਬਖਸ਼ੇ
जिस नदर करे। ऐसा ज्ञान विचारै कोई। हे भाई अजिहा ब्रह्म ज्ञान कोई विचार लवे। तिसते मुक्त परमगत होई। तिस पुरख दी संगत करन तो 4 प्रकार ਦੀਆਂ ਮੁਕਤੀਆਂ ਸਲੋਕ ਸਮੀਪ ਸਰੂਪ ਤੇ ਸਜੋਜ ਇਹ ਬੈਕੁੰਠ ਵਾਲੀਆਂ ਪ੍ਰਾਪਤ ਹੋ ਜਾਂਦੀਆਂ ਤੇ ਪਰਮਗਤ ਵੱਡੀ ਮੁਕਤੀ ਕੇਵਲ ਮੋਖ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਦਿਨ ਮਹਿ ਰੈਣ ਰੈਣ ਮਹਿ ਦਿਨ ਯਾਰ। ਦਿਨ ਵਿੱਚ ਦਿਨ ਰੂਪ ਰਾਤ ਵਿੱਚ ਰਾਤ ਰੂਪ ਹੈ। ਦਿਨ ਵਿੱਚ ਦਿਨ ਰੂਪ ਹੈ ਤੇ ਰਾਤ ਵਿੱਚ ਰਾਤ ਰੂਪ ਹੈ। ਉਸਨ ਸੀਤ ਬਿਦ ਸੋਈ। ਉਸੇ ਰੀਤੀ ਅਨੁਸਾਰ ਗਰਮੀ ਵਿੱਚ ਗਰਮੀ ਰੂਪ ਹੈ ਤੇ ਠੰਡ ਵਿੱਚ ਠੰਡ ਰੂਪ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਜੇ ਵੇਖੋ ਗਰਮੀ ਦੇ ਵਿੱਚ ਪਰਮਾਤਮਾ ਨਾ ਹੁੰਦਾ ਤਾਂ ਪ੍ਰਸ਼ਾਦਾ ਪਕਾਉਂਦੀਆਂ ਮੈਨੂੰ ਕਈ ਵਾਰੀ ਫੂਕ ਵੱਜੀ ਹੈ। ਇਹ ਤਾਂ ਬੀਬੀਆਂ ਦਾ ਹੀ ਕੰਮ ਹੈ। ਤੋ ਸਾਡੇ ਵਰਗੇ ਅਣਜਾਣ ਜੇ ਰੋਟੀਆਂ ਲਾਉਣ ਲੱਗ ਪੈਣਗੇ ਮਾੜੀ ਜੀ ਫੂਕ ਵੱਜੇ ਹੱਥ 'ਤੇ ਸਾਰੀ ਦਿਹਾੜੀ ਮਾਸ ਛੱਡਦਾ ਰਹਿੰਦਾ। ਅਤੇ ਵੇਖੋ ਸਤਿਗੁਰੂ ਅਰਜਨ ਦੇਵ ਜੀ ਪੂਰੇ ਦੇ ਪੂਰੇ ਦਿਨ ਤੱਤੀ ਤਵੀ 'ਤੇ ਚੌਂਕੜਾ ਮਾਰ ਕੇ ਬੈਠੇ ਰਹੇ। ਬੰਦੇ ਦਾ ਕੰਮ ਨਹੀਂ ਜੇ ਐਵੇਂ ਭੁਲੇਖਾ ਖਾ ਲਈਏ। ਸਤਿਗੁਰੂ ਮਹਾਰਾਜ ਨੇ ਕਸ਼ਟ ਭਾਵੇਂ ਸਰੀਰ 'ਤੇ ਦਿਖਾਇਆ ਸੀਗਾ, ਸਰੀਰ ਛਾਲਿਓ ਛਾਲੀ ਕਰ ਦਿੱਤਾ, ਕਰਾਮਾਤ ਨਹੀਂ ਦਿਖਾਈ, ਅਤੇ ਪਰ ਇਨਸਾਨ ਦਾ ਕੰਮ ਨਹੀਂ ਹੈ ਚੌਂਕੜਾ ਮਾਰ ਕੇ ਬੈਠਣਾ। ਬੰਦਾ ਤਾਂ 1 ਮਿੰਟ 'ਚ ਹੀ ਬੇਹੋਸ਼ ਹੋ ਕੇ ਥੱਲੇ ਡਿੱਗ ਪਏ। ਬੰਦੇ ਦਾ ਕੰਮ ਨਹੀਂ, ਇਹ ਤਾਂ ਪਰਮਾਤਮਾ ਹੀ ਹੈ ਜਿਹਨੇ ਭਾਣਾ ਵਰਤਾਇਆ। ਤੋ ਵੇਖੋ ਗਰਮੀ 'ਚ ਮਹਾਰਾਜ ਗਰਮੀ ਰੂਪ ਹੋ ਗਏ। ਚੜ੍ਹਦੀ ਕਲਾ ਦੇ ਵਿੱਚ ਸਟੇਜਾਂ 'ਤੇ ਚੌਂਕੜਾ ਮਾਰ ਕੇ ਉਪਦੇਸ਼ ਦੇਣਾ ਸੌਖਾ, ਪਰ ਤੱਤੀ ਤਵੀ 'ਤੇ ਐਸਾ ਉਪਦੇਸ਼ ਦੇਣਾ। ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਤੋ ਇਹ ਗੁਰੂ ਅਰਜਨ ਦੇਵ ਜੀ ਨੂੰ ਹੀ ਬਣਾਇਆ ਹੈ। ਇਉਂ ਗਰਮੀ 'ਚ ਗਰਮੀ ਰੂਪ ਹੈ। ਜੇ ਗਰਮੀ ਰੂਪ ਨਾ ਹੁੰਦਾ ਤਾਂ ਫਿਰ ਸਤਿਗੁਰੂ ਮਹਾਰਾਜ ਪੂਰੀ ਦਿਹਾੜੀ ਨਾ ਬੈਠ ਸਕਦੇ। ਜੇ ਠੰਡ 'ਚ ਠੰਡ ਰੂਪ ਨਾ ਹੁੰਦਾ ਤਾਂ ਵੇਖੋ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਪਾਂ ਦੁਕਾਨ ਤੋਂ ਬਰਫ਼ ਲਿਆਉਂਦੇ ਰਹੇ ਹਾਂ। ਅੱਜ ਕੱਲ੍ਹ ਤਾਂ ਫਰਿੱਜ ਮਹਾਰਾਜ ਨੇ ਵੰਨ ਸਵੰਨੇ ਵੇਖੋ ਜਿਹੜਾ ਮਰਜ਼ੀ ਲੈ ਲਓ, ਘਰਾਂ 'ਚ ਦਿੱਤੇ ਹੋਏ ਨੇ। ਚੇਤਾ ਹੀ ਨਹੀਂ ਸਾਨੂੰ ਉਹ ਦੇਣ ਸੀਗੇ। ਕੋਈ ਪ੍ਰਾਹੁਣਾ ਆਉਣਾ ਅਤੇ ਸਾਰੇ ਪਿੰਡ ਦੇ ਵਿੱਚ ਲੱਭਣ ਤੁਰ ਪੈਣਾ ਵੀ ਬਰਫ਼ ਕਿਤੋਂ ਮਿਲ ਜਾਏ, ਅਤੇ ਬਰਫ਼ ਲੱਭਣੀ ਨਾ, ਕਹਿਣਾ ਮੁੱਕ ਗਈ ਹੈ। 2-2:30 ਵਜੇ ਤੱਕ ਕਿੱਥੋਂ ਬਰਫ਼ ਰਹਿਣੀ ਹੈ। ਤੋ ਇਸ ਵਾਸਤੇ ਜੇ ਕਿਤੇ ਮਿਲਣੀ ਤਾਂ ਹੱਥ ਵਿੱਚ ਫੜ ਕੇ ਕਿਸੇ ਚੀਜ਼ ਨਾਲ ਵੀ ਲਿਆਉਣੀ ਤਾਂ ਹੱਥ ਨੇ ਠਰ ਜਾਣਾ। ਬਾਹਰ ਜਦ ਪਹਿਲੀ ਵਾਰ ਗਏ ਅਤੇ ਸਿੰਘਾਂ ਨੇ ਉਹ ਲੱਤਾਂ ਨੰਗੀਆਂ ਵੇਖ ਕੇ ਕਹਿਣਾ ਭਾਈ ਪਜਾਮਾ ਅਦਕ ਪਾ ਲਓ। ਜੇ ਅੰਗ ਤੁਹਾਡਾ ਕੋਈ ਫਰੀਜ ਹੋ ਗਿਆ ਅਤੇ ਮੁੜ ਕੇ ਕੱਟਣਾ ਹੀ ਪੈਂਦਾ। ਸਨੋ ਠੰਡ ਜਿਹੜੀ ਹੈ, ਜਿਹੜੀ ਸਰਦੀ ਹੈ ਇਤਨੀ ਮਾੜੀ ਹੈ। ਬਾਹਰਲੇ ਦੇਸ਼ਾਂ ਦੀ ਗਰਮੀ ਵੀ ਮਾੜੀ, ਸਰੀਰ ਨੂੰ ਪੁੱਠੇ ਤਵੇ ਵਰਗਾ ਕਾਲਾ ਸੁਆਹ ਕਰ ਦਿੰਦੀ ਜੇ ਗਰਮੀ ਲੱਗ ਜਾਏ। ਅਤੇ ਠੰਡ ਵੀ ਮਾੜੀ, ਜੇ ਅੰਗ ਫਰੀਜ ਹੋ ਗਿਆ ਤਾਂ ਅੰਗ ਕੱਟਣਾ ਪਊਗਾ। ਜੇ ਖੂਨ ਦਾ ਸਰਕਲ ਬੰਦ ਹੋ ਗਿਆ ਉਹਦਾ ਕੋਈ ਹੋਰ ਇਲਾਜ ਨਹੀਂ ਹੈ। ਸਾਡੇ ਇੰਡੀਆ ਦੇ ਵਿੱਚ ਵੈਸੇ ਮਹਾਰਾਜ ਦੀ ਕਿਰਪਾ ਗਰਮੀ ਵੀ ਘਿਓ ਵਰਗੀ ਹੈ ਅਤੇ ਠੰਡ ਤਾਂ ਪੂਰਾ ਦੇਸੀ ਘਿਓ ਹੀ ਹੈ। ਤਾਂ ਇਸ ਵਾਸਤੇ ਇੱਥੋਂ ਦਾ ਮੌਸਮ ਖਾਸ ਕਰਕੇ ਪੰਜਾਬ ਦਾ ਪੂਰੀ ਦੁਨੀਆ ਦੇ ਵਿੱਚ ਘੁੰਮ ਕੇ ਵੇਖ ਲਓ, ਕਿਤੇ ਇਹੋ ਜਿਹਾ ਤੁਹਾਨੂੰ ਮੌਸਮ ਨਹੀਂ ਮਿਲੂਗਾ। ਗੁਰੂਆਂ ਪੀਰਾਂ ਦੀ ਧਰਤੀ ਮਹਾਰਾਜ ਨੇ ਇੱਥੇ ਚਰਨ ਪਾਏ ਨੇ। ਤਾਂ ਇਸ ਲਈ ਮਹਾਰਾਜ ਕਹਿੰਦੇ ਵੀ ਠੰਡ ਦੇ ਵਿੱਚ ਉਹ ਪਰਮਾਤਮਾ, ਜੇ ਹਿਮਾਲਿਆ ਪਰਬਤ ਦੇ ਵਿੱਚ ਸਨੋਹ ਦੇ ਵਿੱਚ ਵਾਹਿਗੁਰੂ ਨਾ ਹੋਵੇ। ਅਤੇ ਗੁਰੂ ਗੋਬਿੰਦ ਸਿੰਘ ਜੀ ਵੇਖੋ ਸਤਿਯੁਗ ਤੋਂ ਲੈ ਕੇ ਕਲਯੁਗ ਦੇ ਸਮੇਂ ਤੱਕ ਚੌਂਕੜਾ ਮਾਰ ਕੇ ਪੱਥਰ ਦੀ ਸਿਲਾ 'ਤੇ ਨਾ ਬੈਠਦੇ। ਕੋਈ ਕੰਬਲ ਨਹੀਂ, ਕੋਈ ਰਜਾਈ ਨਹੀਂ, ਕੋਈ ਤਲਾਈ ਨਹੀਂ, ਕੋਈ ਕੱਪੜਾ, ਕੋਈ ਲੀੜਾ ਨਹੀਂ, ਕੋਈ ਮਿਰਗਸ਼ਾਲਾ ਆਦਿ ਕਿਸੇ ਕਿਸਮ ਦਾ ਕੋਈ ਸਰੀਰ ਉੱਪਰ ਕੋਈ ਬਸਤਰ ਨਹੀਂ ਓਢਿਆ।
ਨੰਗੇ ਧੜ ਸਤਨਾਮ ਵਾਹਿਗੁਰੂ ਵਾਹਿਗੁਰੂ ਦੀ ਮਾਲਾ ਫਿਰਦਿਆਂ ਪਾਤਸ਼ਾਹ ਕਹਿੰਦੇ ਦਵੈ ਤੇ ਇੱਕ ਰੂਪ ਹੋਵੇ ਗਇਓ। ਇੱਕ ਇੱਕ ਦਾ ਜਾਪ ਕਰਦਿਆਂ ਅਸੀਂ ਦੋ ਤੋਂ ਇੱਕ ਬਣ ਗਏ। ਕਲਯੁਗ ਦੇ ਵਿੱਚ ਫਿਰ ਵਾਹਿਗੁਰੂ ਨੇ ਬੁਲਾਇਆ ਤੇ ਆਖਿਆ ਜਾਏ ਤਾਹਾਂ ਤੇ ਧਰਮ ਚਲਾਏ, ਕਬੁੱਧ ਕਰਨ ਦੇ ਲੋਕ ਹਟਾਏ। ਤੁਹਾਨੂੰ ਕਲਯੁਗ ਵਿੱਚ ਜਾਣਾ ਪਏਗਾ। ਫਿਰ ਉਹਨਾਂ ਦੀ ਆਗਿਆ ਦੇ ਨਾਲ ਕਹਿੰਦੇ ਅਸੀਂ ਇੱਥੇ ਅਵਤਾਰ ਧਾਰਿਆ। ਤੋ ਇੰਝ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 4 ਯੁੱਗ ਚੌਂਕੜਾ ਮਾਰ ਕੇ ਤਪੱਸਿਆ ਕਰਦੇ ਰਹੇ। ਉਹ ਜਗ੍ਹਾ ਜਿੱਥੇ 5 ਪਾਂਡਵ ਤਪੱਸਿਆ ਕਰਨ ਗਏ ਗਲ ਕੇ ਖਤਮ ਹੋ ਗਏ ਸਨ। ਗੁਰੂ ਸਾਹਿਬ ਨੂੰ ਠੰਡ ਪੋ ਨਹੀਂ ਸਕੀ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਸੋ ਇਉਂ ਠੰਡ ਦੇ ਵਿੱਚ ਵੀ ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਆਪ ਵਸ ਰਿਹਾ। ਗਰਮੀ ਦੇ ਵਿੱਚ ਵੀ ਹੈ ਅਤੇ ਠੰਡ ਵਿੱਚ ਵੀ ਹੈ। ਵੇਖੋ ਜਲ ਅਗਨੀ ਵਿੱਚ ਘੱਤਿਆ, ਜਲੇ ਨਾ ਡੁੱਬੇ ਗੁਰ ਪ੍ਰਸਾਦ। ਪਾਣੀ ਦੇ ਵਿੱਚ ਡੁੱਬਣ ਦਾ ਯਤਨ ਕੀਤਾ ਪ੍ਰਹਿਲਾਦ ਨੂੰ, ਪਾਣੀ 'ਚ ਡੁੱਬਿਆ ਨਹੀਂ ਕਿਉਂਕਿ ਵਾਹਿਗੁਰੂ ਉੱਥੇ ਵੱਸਦਾ ਹੈ। ਉਹਨੇ ਫੜ ਕੇ ਬਾਹਰ ਕੱਢ ਦਿੱਤਾ ਅਤੇ ਬਲਦੀ ਅੱਗ ਦੇ ਵਿੱਚ ਲੋਹੜੀ ਵਾਲੇ ਦਿਨ ਭੁੱਗਾ ਬਾਲਿਆ। ਪ੍ਰਹਿਲਾਦ ਨੂੰ ਉਹਦੀ ਭੂਆ ਹੋਲਕਾ ਆਪਦੀ ਗੋਦੀ ਵਿੱਚ ਚੌਂਕੜਾ ਮਾਰ ਕੇ ਅੱਗ ਦੇ ਵਿੱਚ ਬੈਠ ਗਈ। ਆ ਜਿਹੜੀ ਹੋਲੀ ਆਉਣੀ ਹੈ ਹੋਲਕਾ ਦਹਨ, 24 ਮਾਰਚ ਨੂੰ ਹੋਲਾ ਮਹੱਲਾ ਹੈ। ਸਾਧ ਸੰਗਤ ਜੀ ਇਸ ਦਿਨ ਉਹ ਭੁੱਗਾ ਠੰਡਾ ਹੋਇਆ ਅਤੇ ਪ੍ਰਹਿਲਾਦ ਕੱਪੜੇ ਕੁਪੜੇ ਝਾੜ ਕੇ ਸਵਾਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਕਰਦਾ ਬਾਹਰ ਨਿਕਲ ਆਇਆ। ਹੋਲਕਾਂ ਸੜ ਕੇ ਸਵਾਹ ਹੋ ਗਈ। ਜੇ ਮਹਾਰਾਜ ਅੱਗ 'ਚ ਨਾ ਹੁੰਦਾ ਤਾਂ ਪ੍ਰਹਿਲਾਦ ਦਾ ਬਚਣਾ ਕੱਖ ਨਹੀਂ ਸੀਗਾ। ਤੁਸੀਂ ਦੱਸੋ, ਰੱਬ ਅੱਗ ਵਿੱਚ ਵੀ ਹੈ ਤਾਂ ਉਹਨੇ ਪ੍ਰਹਿਲਾਦ ਨੂੰ ਬਚਾਇਆ। ਤੋ ਜੀਵ ਵੀ ਕਈ ਬਲਦੀ ਅੱਗ ਦੇ ਵਿੱਚ ਬਚ ਜਾਂਦੇ ਹਨ। ਪਾਣੀ ਦੇ ਵਿੱਚ ਵੇਖੋ 42 ਲੱਖ ਜੂਨ ਰੱਬ ਨੇ ਬਣਾਈ ਹੈ। ਜੇ ਵਾਹਿਗੁਰੂ ਪਾਣੀ 'ਚ ਨਾ ਹੋਏ ਤਾਂ ਉਹ ਜੂਨ ਕਿਵੇਂ ਰਹੇ। 42 ਲੱਖ ਜੀ ਜਲ ਮੇ ਹੋਤੇ, ਬਿਠਲ ਪਹਿਲਾ ਕਾਏ ਕਰੋ। ਅੱਜ ਕੱਲ੍ਹ ਤਾਂ ਪ੍ਰਤੱਖ ਟਨਲਾਂ ਬਣੀਆਂ ਹੋਈਆਂ, ਮਤਲਬ ਸਮੁੰਦਰ ਦੇ ਵਿੱਚ ਸੜਕਾਂ ਨਿਕਲੀਆਂ ਹੋਈਆਂ ਜਿਹਦੇ ਵਿੱਚ ਆ ਮੈਟਰੋ ਟ੍ਰੇਨਾਂ ਤੱਕ ਚੱਲਦੀਆਂ ਨੇ। ਅਤੇ ਹਵਾ ਦੇ ਵਿੱਚ ਵੇਖੋ ਹਵਾਈ ਜਹਾਜ਼ ਉੱਡਦੇ ਨੇ। ਪਰਮਾਤਮਾ ਮੌਜੂਦ ਹੈ ਤਾਂ ਹੀ ਬੰਦਾ ਜਿਉਂਦਾ। ਹਜ਼ਾਰਾਂ ਮੀਲ ਉੱਪਰ ਨੂੰ ਬੰਦਾ ਉੱਡ ਰਿਹਾ ਅਤੇ ਫਿਰ ਵੀ ਵੇਖੋ ਜਿਉਂਦਾ। ਜਿੱਥੇ ਆਕਸੀਜਨ ਦਾ ਰੱਤੀ ਭਰ ਵੀ ਕੋਈ ਉੱਥੇ ਨਾਮੋ ਨਿਸ਼ਾਨ ਨਹੀਂ, ਫਿਰ ਵੀ ਇਨਸਾਨ ਜਿਉ ਰਿਹਾ। ਇੱਕ ਵਾਰ ਮੈਂ ਹੈਰਾਨ ਹੋ ਗਿਆ, ਉਹ ਸਾਰੀਆਂ ਜਹਾਜ਼ ਵਾਲੀਆਂ ਬੀਬੀਆਂ ਮੇਰੇ ਦੁਆਲੇ ਹੋ ਗਈਆਂ, ਇਕੱਠੀਆਂ ਹੋ ਗਏ। 24-25 ਘੰਟਿਆਂ ਦੀ ਫਲੈਟ, ਜਿਸ 'ਚੋਂ 20 ਘੰਟੇ ਤਾਂ ਗੁਜ਼ਰ ਗਏ। ਅਤੇ ਮੈਂ ਕਿਹਾ ਹਾਂਜੀ ਦੱਸੋ। ਅਤੇ ਉਹਨਾਂ ਆਪਦੀ ਬੋਲੀ 'ਚ ਪੁੱਛਿਆ, ਕਹਿੰਦੇ ਬਾਰ-ਬਾਰ ਅਸੀਂ ਤੁਹਾਨੂੰ ਪੁੱਛਿਆ ਤੁਸੀਂ ਚੀਜ਼ ਕਿਉਂ ਨਹੀਂ ਕੋਈ ਲਈ, ਦੱਸੋ ਤੁਹਾਨੂੰ ਕੀ ਚਾਹੀਦਾ। 20 ਘੰਟੇ ਹੋ ਗਏ ਕੁਛ ਖਾਧਾ ਨਹੀਂ। ਵੀ ਜਿਹੜੀ ਚੀਜ਼ ਕਹੋ ਅਸੀਂ ਉਹੀ ਲਿਆ ਕੇ ਦੇਣ ਨੂੰ ਤਿਆਰ ਹਾਂ, ਜੋ ਵੀ ਮੰਗ ਲਓ, ਕਿਉਂਕਿ ਹਰੇਕ ਚੀਜ਼ ਮੌਜੂਦ ਹੁੰਦੀ ਹੈ। ਮੈਂ ਹੱਥ ਜੋੜੇ ਅਤੇ ਰੱਬ ਨੂੰ ਯਾਦ ਕੀਤਾ ਵੀ ਧੰਨ ਹੈ ਪਰਮਾਤਮਾ। ਵੇਖੋ ਕਿੰਨੇ ਮੀਲ ਉੱਪਰ ਨੂੰ ਆਪਾਂ ਉੱਡ ਰਹੇ ਹਾਂ ਅਤੇ ਵੇਖੋ ਇੱਥੇ ਵੀ ਪਰਮਾਤਮਾ ਹਾਜ਼ਰ ਨਾਜ਼ਰ ਹੈ। ਵੀ ਉਹ ਬੀਬੀਆਂ ਤਾਂ ਨਹੀਂ ਪੁੱਛ ਰਹੀਆਂ, ਰੱਬ ਹੀ ਖਿਆਲ ਰੱਖ ਰਿਹਾ। ਮੈਂ ਹੱਥ ਜੋੜ ਕੇ ਆਖਿਆ ਭੈਣਾ ਵੀ ਮੇਰੀ ਮਜਬੂਰੀ ਹੈ ਵੀ ਅਸੀਂ ਘਰ ਦਾ ਬਣਿਆ ਖਾਂਦੇ ਹਾਂ ਅਤੇ ਇਸ ਵਾਸਤੇ ਤੁਹਾਡੇ ਹੱਥ ਦਾ ਜਾਂ ਬਾਜ਼ਾਰ ਦਾ ਬਣਿਆ ਨਹੀਂ ਆਪਾਂ ਖਾ ਸਕਦੇ। ਕਹਿੰਦੇ ਵੇਖੋ ਦਸਤਾਨੇ ਪਾਏ ਨੇ, ਸਭ ਪੈਕਿੰਗ ਹੈ। ਮੈਂ ਕਿਹਾ ਨਹੀਂ, ਮਜਬੂਰੀ ਹੈ ਜੀ। ਤੋ ਇਸ ਵਾਸਤੇ ਵੇਖੋ ਮਹਾਰਾਜ ਕਹਿੰਦੇ ਵੀ ਪਰਮਾਤਮਾ ਜਲੇ ਹਰੀ, ਥਲੇ ਹਰੀ, ਬਨੇ ਹਰੀ, ਗਿਰੇ ਹਰੀ, ਗੁਫੇ ਹਰੀ, ਛਿਤੇ ਹਰੀ, ਨਭੇ ਹਰੀ, ਇਹਾਂ ਹਰੀ, ਉਹਾਂ ਹਰੀ, ਜ਼ਿਮੀ ਹਰੀ, ਜ਼ਮਾ ਹਰੀ, ਅਕਾਲ ਹਰੀ, ਅਪਾਲ ਹਰੀ, ਅਦੋਖ ਹਰੀ, ਅਦਵੈਖ ਹਰੀ। ਅੰਗ ਅੰਗ ਵੀ ਇੱਕ ਟਾਪੂ ਹੈ। ਪਾਣੀ ਦੇ ਵਿੱਚ ਵੇਖੋ ਕਿੰਨਾ ਕੁਛ ਤਿਆਰ ਕੀਤਾ। ਉੱਥੋਂ ਆਪਾਂ ਸ਼ਿਪ 'ਤੇ ਚੜ੍ਹ ਕੇ ਅੱਗੇ ਮਕਾਊ ਗਏ, ਉਹ ਵੀ ਪਾਣੀ ਦੇ ਵਿੱਚ। ਸੋ ਸਮੁੰਦਰ ਦੇ ਵਿੱਚ ਵੇਖੋ ਧਰਤੀਆਂ ਰੱਬ ਨੇ ਕੱਢੀਆਂ ਹੋਈਆਂ। ਤੋ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਕੁਦਰਤ ਹੈ। ਜੇ ਫਿਰ ਵੀ ਕੌਮਨਿਸਟ ਬੰਦੇ, ਨਾਸਤਿਕ ਬੰਦੇ ਕਹਿਣ ਵੀ ਪਰਮਾਤਮਾ ਨਹੀਂ ਹੈ ਅਤੇ ਉਹਨਾਂ ਦੀ ਮੂਰਖਤਾ ਹੈ। ਸਤਿਗੁਰੂ ਮਹਾਰਾਜ ਫਰਮਾਨ ਕਰ ਰਹੇ ਹਨ, ਦਿਨ ਮਹਿਰਾਣ। ਆਹ ਦਿਨ ਦੇ ਵਿੱਚ ਕੌਣ ਹੈ ਦੱਸੋ? ਇੰਨਾ ਚਾਨਣ ਕਿਹਨੇ ਕੀਤਾ ਹੋਇਆ? 10-10, 12-12 ਹਜ਼ਾਰ ਨਾਰਮਲ ਘਰ ਦਾ ਬਿੱਲ ਆ ਰਿਹਾ ਬਿਜਲੀ ਦਾ।
तो मैं तो कई बार बिल अगे रख के तो सोचता हुंदा गुरुद्वारे का ध्यान धार के भी जे इत्थों बिल महाराज ने शुरू कर दिता ना भी गुरुद्वारे का बिल लियाओ भाई दसो तुसीं की पखंड लभ्या लियाओ बिल दिओ। तो वेखो आप जिंदगी भर खत्म हो जावांगे महाराज का बिल नहीं धार सकते जे महाराज मंग ले ना भी इन्ना चानण तुहानूं दिता। वेखो 12 घंटे सूरज का चानण तुहानूं रहिंदा, कदी महाराज ने बिल भेजिया नहीं भेजिया। वो घड़ी की लाइट जगाई दी है तो बहुती बिजली भी नहीं बाली दी तो फिर भी बंदा औखा हुंदा, इन्ना बिल कित्थों उतारे। थोड़ा जिहा पानी वरतीदा संकोच मई लहजे विच फिर भी इन्ना वड्डा बिल। तो वेखो महाराज ने किन्ना जल दिता, किन्ना प्रकाश दिता, तुसीं फिर भी कहो भी परमात्मा नहीं है, किड्डी वड्डी मूर्खता है। ये सूरज किन्ने चानण दिता होया, वो च किहदा प्रकाश है। सब में जोत, जोत है सोए। सूरज दे विच सूरज रूप है। गुरु गोबिंद सिंह नूं पढ़ो, नमो सूरज सूरज। वाहिगुरु नूं परमात्मा नूं गुरु गोबिंद सिंह ने सूरज आख्या है। सूरज कोई गोला नहीं है, आ जिहड़ी धरती है ये भी कोई गोला नहीं, ये तो परमात्मा की कुदरत है, खेड है। महाराज आप ही बनया होया धरती ते आप ही सूरज। इन भी सूरज तो गोला ठंडा होके पानी दे विच ते धरती बन गया। वो वाहिगुरु की कुदरत ही है जो सब कुछ कर करा रही है। नमो सूरज सूरज, नमो चंद्र चंद्र। सूरज विच प्रकाश रूपी तू है, गर्मी रूपी तू ही है। जे सूरज न चढ़े 100 बीमारी खिलर जाए, तो चंद्रमा दिवे शांति रूप भी तू ही है, सलिम जिहा चालन। सो ऐसा ये वाहिगुरु दा कौतक है, उहदी खेड़ है। ओए जो दिसै अंबर तारे, जे तुसीं कहो भी परमात्मा नहीं है, आकाश दे विच तारे वेखो किवें चमक रहे ने, किन्ने चमकाए हुए ने। ओए जो दिसै अंबर तारे, और वेखो झूमर चलाया होया 100 यत्नां दे नाल उपर नूं चाढ़िया। पहला वो जो कुंडा चंगी तरह लाया जोड़ा फिक्स किया होया, फिर पौड़ी लियांदी, तो फिर फिरकी ला के तो उन्होंने संगली पा के तां चाड़िया होया, फिर लाइट दे के तो किन्ने यत्नां नाल उहदा प्रकाश है, तो किन्ना वड्डा मोटा बिजली का बिल है। तो रब दा वेखो झूमर क्या सोहना जग रहा है। वड्डा सूरज है, आले दुआले छोटे छोटे तारे ने। महाराज कहंदे ओए जो दिसै अंबर तारे, किनों चीते चीतन हारे। कहोरे पंडित अंबर कास्यों लागा, बूझे बूझन हार सभागा। हे पंडिता तू दस कि आकाश किस दे सारे बुझन वाला हो के, हे भागा वाले इस गल नूं समझ ना कर रहाओ। सूरज चंद करे उजियारा, सामने पसरिया ब्रह्म पसारा। कहो कबीर जानेगा सोए, हृदय राम मुख रामै होए। सूरज ते चंद्रमा विच उसे दा प्रकाश है। दिन दे विच वो दिन रूप है, प्रकाश विच प्रकाश रूप है, रात दे विच हनेरा रूप है, रात रूप है। तो इंज उसन सीत बिध सोई, गर्मी च गर्मी रूप है, तो ठंड दे विच वो ठंड रूप हो रहा है। जे गर्मी च गर्मी रूप परमात्मा ना हुंदा, सानू कोई कमरे च बंद करके जिहदे च बिल्कुल हवा ना आवे ते चलिया जावे, तुसीं दसो भी आपां 4 घंटिਆਂ ਵਿੱਚ ही औखे हो जावांगे। कोई है समा साडे पास भी किवें गुजरेगा। तो वेखो बच्चा जन्म तो पहला रहिंदा ही हीट दे विच, इन्नी गर्मी है कहंदे भी माता रोड भी खा ले तां भी हजम हो जाते हैं। तो बच्चे का फुੱਲ नालों भी नरम शरीर है, जिवें आवे विच इट्टां पक के तैयार होंदियां, इस तरह बच्चे का कोमल शरीर पकदा तां सही, तैयार तो हो रहा, तो पर उसका दिल नहीं घबरा रहा, तो वह खत्म नहीं होएगा। रब नहीं है तो दसो होर कौन है उस जगह ते, जिहदे माँ के वस विच भी नहीं भी उहदे मूँह च मैं कोई चीज़ पा दें। प्रतपाल माता उधर राखै, लगन देत न सेक, सोई स्वामी इहाँ राखै। बूझ बुध वेख, सेक दे विच भी रब है। जे गर्मी च ना होवे तो बच्चा जन्म ही ना लवे। तो इसलिए गर्मी च भी है तो सर्दी दे विच भी
ਉਹੀ ਅਕਾਲ ਪੁਰਖ ਭਗਵਾਨ ਹੈ। ਕੀ ਗਤ ਮਿਤ ਅਵਰ ਨਾ ਜਾਣਾ। ਇਸ ਪਰਮਾਤਮਾ ਦੀ ਪ੍ਰਾਪਤੀ ਦੀ ਮਰਯਾਦਾ ਨੂੰ ਕੋਈ ਹੋਰ ਨਹੀਂ ਜਾਣ ਸਕਦਾ ਹੈ। ਗੁਰ ਬਿਨ ਸਮਝ ਨਾ ਹੋਈ। ਕੇਵਲ ਗੁਰੂ ਜੀ ਹੀ ਜਾਣਦੇ ਨੇ। ਗੁਰੂ ਤੋਂ ਬਿਨਾਂ ਉਹਦੀ ਕੋਈ ਸਮਝ, ਉਹਦੀ ਕੋਈ ਗਿਆਤ ਨਹੀਂ ਹੁੰਦੀ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਾ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਘਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਉ ਨ ਲਕੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਅਥ ਸੰਸਾਰ ਮੈਂ। ਵਿਣ ਥੰਮਾ ਗਗਨ ਰਹਾਇਆ, ਬਿਨਾ ਥੰਮੇ ਦੂਜੇ ਨੇ ਆਕਾਸ਼ ਨੂੰ ਟਿਕਾਇਆ ਹੈ। ਤੇ ਮਰਨ ਜੀਵਨ ਕੋ ਧਰਤੀ ਦੀਨੀ, ਇਤੇ ਗੁਣ ਵਿਸਰੇ। ਪਾਣੀ ਦੇ ਵਿੱਚ ਬੇੜੀ ਦੀ ਤਰ੍ਹਾਂ ਧਰਤੀ ਨੂੰ ਤਾਰਿਆ ਹੋਇਆ ਹੈ। ਮਹਾਂਪੁਰਖ ਬਾਬਾ ਬੁੱਢਾ ਸਾਹਿਬ ਵਾਲੇ ਬਾਬਾ ਖੜਕ ਸਿੰਘ ਜੀ ਮਹਾਰਾਜ, ਜਿਹੜੇ ਪੂਰਨ ਬ੍ਰਹਮ ਗਿਆਨੀ ਸਨ, ਉਹਨਾਂ ਨੇ ਬਾਬਾ ਬੁੱਢਾ ਸਾਹਿਬ ਬੀੜ ਸਾਹਿਬ ਵਿਖੇ ਇੱਕ ਦੀਵਾਨ ਹਾਲ ਬਣਾਇਆ। ਜੇ ਕਿਤੇ ਤੁਸੀਂ ਗਏ ਤਾਂ ਜਾ ਕੇ ਦਰਸ਼ਨ ਜ਼ਰੂਰ ਕਰਕੇ ਆਇਓ। ਬੀੜ ਬਾਬਾ ਬੁੱਢਾ ਸਾਹਿਬ ਦੀਵਾਨ ਹਾਲ ਬਾਬਾ ਖੜਕ ਸਿੰਘ ਹੋਣਾ ਨੇ ਬਣਾਇਆ। ਔਰ ਹੈਰਾਨੀ ਹੋ ਜਾਂਦੀ ਹੈ, ਇਹਦੇ ਨਾਲੋਂ ਕਈ ਗੁਣਾ ਵੱਡਾ ਹੋਏਗਾ ਖੇਤਰਫਲ ਜਿੱਥੇ ਅਸੀਂ ਬੈਠੇ ਹੋਏ ਹਾਂ, ਪਰ ਮਹਾਂਪੁਰਖਾਂ ਨੇ ਉਹਦੇ 'ਚ ਥੰਮਾ ਕੋਈ ਨਹੀਂ ਲਾਇਆ। ਆ ਵੇਖੋ ਕਿੱਡੇ ਕਿੱਡੇ ਥੰਮੇ ਨੇ। ਥੰਮੇ ਤੋਂ ਬਗੈਰ ਛੱਤ ਟਿਕ ਨਹੀਂ ਸਕਦੀ। ਪਤਾ ਨਹੀਂ ਕਿਸ ਤਰ੍ਹਾਂ ਦੀ ਜੁਗਤੀ ਲੜਾਈ। ਉਹ ਐਡਾ ਵੱਡਾ ਹਾਲ 'ਚ ਥੰਮਾ ਕੋਈ ਨਹੀਂ। ਸੰਤ ਬਾਬਾ ਨਿਧਾਨ ਸਿੰਘ ਜੀ ਕਾਰਸੇ ਵਾਲੇ, ਮਹਾਂਪੁਰਖ ਹਜ਼ੂਰ ਸਾਹਿਬ ਵਾਲੇ ਬਾਬਾ ਸ਼ੀਸ਼ਾ ਸਿੰਘ ਜੀ, ਗੋਦਾਵਰੀ 'ਤੇ ਗੌਰਮੈਂਟ ਪੁਲ ਬਣਾਉਂਦੀ ਅਤੇ ਗੋਦਾਵਰੀ ਚੜ੍ਹ ਕੇ ਉਹਨੂੰ ਰੋੜ ਕੇ ਲੈ ਜਾਂਦੀ। 2-3 ਵਾਰੀ ਇਸ ਤਰ੍ਹਾਂ ਹੋਇਆ। ਸਮਾਨ ਸਮੂਨ ਵੀ ਰੋੜ ਕੇ ਲੈ ਜਾਂਦੇ। ਮਹਾਂਪੁਰਖ ਕਹਿਣ ਲੱਗੇ ਪਾਸੇ ਹੋ ਜਾਓ, ਸਾਨੂੰ ਸੇਵਾ ਦਿਓ। ਪੁਲ ਬਣਾਉਣ ਦੀ ਉਹਨਾਂ ਸੇਵਾ ਲਈ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਧਾਰਿਆ ਅਤੇ ਕੁਇੰਟਲਾਂ ਦੇ ਹਿਸਾਬ ਨਾਲ ਦੇਸੀ ਘਿਓ ਦੀ ਕੜਾਹ ਪ੍ਰਸ਼ਾਦੀ ਦੇਗ ਬਣਾਈ। ਦੇਗ ਬਣਾ ਕੇ ਗੋਦਾਵਰੀ ਦੇ ਵਿੱਚ ਜਾ ਕੇ ਖੜ੍ਹ ਗਏ। ਆਖਿਆ, ਹੇ ਗੋਦਾਵਰੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤੇਰੇ ਚਰਨ ਪਾਏ ਨੇ। ਇਹ ਗੁਰੂ ਮਹਾਰਾਜ ਦਾ ਸਥਾਨ ਹੈ ਅਤੇ ਅਸੀਂ ਤੈਨੂੰ ਬੇਨਤੀ ਕਰਦੇ ਹਾਂ ਵੀ ਗੁਰੂ ਜੀ ਦੇ ਅਸਥਾਨ 'ਚ ਤੂੰ ਵਿਘਨ ਨਾ ਪਾ। ਗੁਰਦੁਆਰਾ ਸ਼ਿਕਾਰਕਾੜ ਮਾਤਾ ਸਾਹਿਬ ਦੀਵਾਂ ਕੌਰ ਗੁਰਦੁਆਰੇ ਸਾਹਿਬ ਨੂੰ ਜਾਣ ਵਾਸਤੇ, ਸੰਗਤਾਂ ਦੀ ਸਹੂਲਤ ਵਾਸਤੇ ਪੁਲ ਬਣਾਉਣਾ, ਅਤੇ ਤੂੰ ਵਿਘਨ ਨਾ ਪਾਈ। ਆ ਫੜ ਗੁਰਦੁਆਰੇ ਦਾ ਪ੍ਰਸ਼ਾਦ, ਕੜਾਹ ਪ੍ਰਸ਼ਾਦ ਛਕ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਜਪ। ਜਮਨਾ ਨੂੰ ਵੀ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਵੀ ਜਮਨਾ ਸ਼ਾਂਤ, ਆਪਾਂ ਬਾਣੀ ਉਚਾਰ ਰਹੇ ਹਾਂ। ਤੁਸੀਂ ਵੇਖੋ ਪੌਂਡਾ ਸਾਹਿਬ ਪਿੱਛੋਂ ਛਾਲਾ ਮਾਰਦੀ ਆਉਂਦੀ ਹੈ, ਪਰ ਪੌਂਡਾ ਸਾਹਿਬ ਬਿਲਕੁਲ ਸ਼ਾਂਤਮਈ ਅਵਸਥਾ ਵਿੱਚ ਲੰਘਦੀ ਹੈ। ਇਉਂ ਮਹਾਰਾਜ ਦੇ ਬਚਨ ਨੂੰ ਨਹੀਂ ਮੋੜੀਦਾ। ਇਹ ਗੁਰੂ ਘਰ ਦਾ ਸਥਾਨ ਹੈ। ਇਉਂ ਮਹਾਂਪੁਰਖ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਨੂੰ ਭੋਗ ਲਵਾਇਆ। ਕਲਗੀਧਰ ਮਹਾਰਾਜ ਦਸੇ ਪਾਤਸ਼ਾਹੀਆਂ ਦਾ ਨਾਮ ਲਿਆ, ਸਿੰਘਾਂ ਸ਼ਹੀਦਾਂ ਦਾ ਨਾਮ ਲੈ ਕੇ ਭੋਗ ਲਵਾ ਕੇ ਅਤੇ ਉਹ ਪ੍ਰਸ਼ਾਦ ਜਲ ਪ੍ਰਵਾਹ ਕਰ ਦਿੱਤਾ। ਉਸ ਤੋਂ ਬਾਅਦ ਗੋਦਾਵਰੀ ਨੇ ਵਿਘਨ ਨਹੀਂ ਪਾਇਆ। ਅੱਜ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ। ਇੰਦਰਾ ਗਾਂਧੀ ਖੁਦ ਆਪ ਉਦੋਂ ਪ੍ਰਧਾਨ ਮੰਤਰੀ ਸੀਗੀ, ਜਹਾਜ਼ 'ਤੇ ਚੜ੍ਹ ਕੇ ਉੱਥੇ ਵੇਖਣ ਆਈ ਸੀਗੀ ਵੀ ਕਿਹੜੇ ਇੰਜੀਨੀਅਰਾਂ ਨੇ ਪੁਲ ਬਣਾ ਦਿੱਤਾ। ਪਤਾ ਲੱਗਿਆ ਵੀ ਕਾਰਸੇ ਵਾਲੇ ਮਹਾਂਪੁਰਖਾਂ ਬਣਾਇਆ। ਉਹ ਲਿਖ ਕੇ ਦੇ ਗਈ ਵੀ ਕਾਰਸੇ ਵਾਲੀਆਂ ਗੱਡੀਆਂ ਦਾ ਟੈਕਸ ਮਾਫ। ਤੋ ਇੰਝ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੁਦਰਤ ਹੈ। ਕੁਦਰਤ ਕਰਕੇ ਵਸਿਆ ਸੋਏ। ਦੁਨੀਆ ਕਹਿੰਦੀ ਰੱਬ ਹੈ ਤਾਂ ਦਿਖਾਓ ਕਿੱਥੇ। ਤੋ ਮਹਾਰਾਜ ਕਹਿੰਦੇ ਜੇ ਪਰਮਾਤਮਾ ਤੋਂ ਬਗੈਰ ਕੋਈ ਚੀਜ਼ ਹੈ ਤਾਂ ਤੁਸੀਂ ਸਾਨੂੰ ਦੱਸੋ। ਤੋਂ ਬਗੈਰ ਤਾਂ ਪੱਤਾ ਵੀ ਨਹੀਂ ਹਿਲਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝੈ, ਤਾਂ ਹਉਮੈ ਕਹੇ ਨਾ ਕੋਏ। ਵਿੱਚੇ ਧਰਤੀ ਵਿੱਚੇ ਪਾਣੀ। ਕੱਲ੍ਹ ਮੈਂ ਗੁਰਮੁਖਾਂ ਕੋਲ ਪੁੱਛ ਰਿਹਾ ਸੀ ਵੀ ਭੁਚਾਲ ਕਿਵੇਂ ਆਉਂਦਾ। ਪਰਸੋਂ ਰਾਤ ਭੁਚਾਲ ਆਇਆ ਨਾ, ਮੈਂ ਕਿਹਾ ਵੀ ਧਰਤੀ ਹੇਠ ਤਾਂ ਪਾਣੀ ਹੈ ਅਤੇ ਧਰਤੀ ਹਿੱਲਦੀ ਕਿਵੇਂ ਆ। ਕਹਿੰਦੇ ਪਾਣੀ ਦੇ ਹੇਠ ਹੋਰ ਧਰਤੀ ਹੈ। ਮੈਂ ਕਿਹਾ ਹਾਂ। ਜਦ ਬੋਰ ਕਰੀਦਾ 60 ਫੁੱਟ 'ਤੇ ਪਾਣੀ ਆਉਂਦਾ, ਫਿਰ ਅੱਗੇ ਦੀ ਅੱਗੇ 120 ਫੁੱਟ 'ਤੇ। ਆ ਜਿਹੜੇ ਵੱਡੇ ਮਸ਼ੀਨਾਂ ਵਾਲੇ ਨੇ ਉਹਨਾਂ ਨੇ ਸੈਂਪਲ ਰੱਖੇ ਹੁੰਦੇ ਨੇ ਵੀ ਇੰਨੇ ਫੁੱਟ 'ਤੇ ਪਾਣੀ ਹੈ, ਇੰਨੇ ਫੁੱਟ 'ਤੇ ਰੇਤ ਹੈ, ਇੰਨੇ ਫੁੱਟ 'ਤੇ ਦਲਦਲ ਹੈ,
ਆਹ ਮਿੱਟੀ ਦਾ ਸੈਂਪਲ ਹੈ। ਇਉਂ ਪਰਤਾ ਨਹੀਂ ਕਹਿੰਦੇ, ਉੱਪਰ ਧਰਤੀ ਫਿਰ ਪਾਣੀ, ਫਿਰ ਧਰਤੀ, ਫਿਰ ਪਾਣੀ, ਫਿਰ ਧਰਤੀ। ਕਿੰਨੀ ਹੈਰਾਨੀ ਦੀ ਬਾਤ ਹੈ। ਕਿਹੋ ਜਿਹੀ ਰੱਬ ਦੀ ਕੁਦਰਤ ਹੈ ਜਿਹਦੀ ਸਮਝ ਹੀ ਕੋਈ ਨਹੀਂ ਆਉਂਦੀ। ਹੇਮਕੁੰਡ ਸਾਹਿਬ ਦੇ ਸਰੋਵਰ ਦਾ ਉਹਦਾ ਡੂੰਘਾਈ ਹੀ ਨਹੀਂ ਮਾਪੀ ਜਾਂਦੀ ਕਿ ਕਿੰਨੀ ਕੁ ਉਹਦੀ ਡੂੰਘਾਈ ਹੈ। ਤੋ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸਟ ਅਗਨ ਧਰੀਜੈ, ਲੱਕੜਾਂ ਦੇ ਵਿੱਚ ਅੱਗ ਰੱਖੀ ਹੋਈ ਹੈ। ਬੱਕਰੀ ਸਿੰਘ ਇੱਕ ਤੈ ਥਾਈ ਰਾਖੇ, ਮਨ ਹਰ ਜਹ ਭਰਮਪੋ ਦੂਰ ਕੀਜੈ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤੇ ਉਹ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਆਕੀ ਗਾਤ ਮਿਤ ਅਵਰ ਨਾ ਜਾਣੈ। ਇੰਜ ਤਿਸ ਪਰਮਾਤਮਾ ਦੀ ਪ੍ਰਾਪਤੀ ਦੀ ਮਰਿਆਦਾ ਨੂੰ ਹੋਰ ਕੋਈ ਨਹੀਂ ਜਾਣ ਸਕਦਾ। ਗੁਰ ਬਿਨ ਸਮਝ ਨਾ ਹੋਈ। ਇਹਨਾਂ ਗੱਲਾਂ ਦੀ ਗੁਰੂ ਤੋਂ ਬਗੈਰ ਸਮਝ ਨਹੀਂ ਆਉਂਦੀ ਹੈ। ਪੁਰਖ ਮਹਿ ਨਾਰੇ ਨਾਰ ਮਹਿ ਪੁਰਖਾ। ਪੁਰਖਾਂ ਦੇ ਵਿੱਚ ਵਾਹਿਗੁਰੂ ਪੁਰਖ ਰੂਪ ਹੈ। ਪੁਰਸ਼ਾਰਥ ਮਰਦਾਊ ਪੁਣਾ ਦੇਣ ਵਾਲਾ ਵੀ ਵਾਹਿਗੁਰੂ ਹੈ। ਇਸਤਰੀਆਂ ਦੇ ਵਿੱਚ ਇਸਤਰੀ ਰੂਪ ਵੀ ਪਰਮਾਤਮਾ ਹੀ ਹੈ। ਜੋ ਸੋ ਸਭ ਕੁਛ ਮਹਾਰਾਜ ਨੇ ਕਿਰਪਾ ਕੀਤੀ ਹੋਈ ਹੈ। ਸਰੀਰ ਨੂੰ ਸੰਪੂਰਨ ਬਣਾਇਆ ਹੋਇਆ ਹੈ, ਉਹ ਵੀ ਵਾਹਿਗੁਰੂ ਦੀ ਕਿਰਪਾ ਹੈ। ਤੋ ਇੰਜ ਮਹਾਰਾਜ ਕਹਿੰਦੇ ਨੇ, ਬੂਝਹੁ ਬ੍ਰਹਮ ਗਿਆਨੀ। ਇਹ ਪਰਮਾਤਮਾ ਦੇ ਗਿਆਨ ਵਾਲੇ ਗਿਆਨੀਓ ਜਾਂ ਗਿਆਨ ਵਾਲੇ ਪੁਰਖਾਂ ਤੋਂ ਇਸ ਭੇਤ ਨੂੰ ਪੁੱਛਣਾ ਸਮਝਣਾ ਕਰੋ। ਇਸੇ ਪ੍ਰਕਾਰ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ। ਕਈ ਵਾਰ ਮੈਂ ਕੈਲੰਡਰਾਂ 'ਤੇ ਵੇਖ ਕੇ ਸੋਚਦਾ ਹੁੰਦਾ, ਉਹ ਸ਼ਿਵਜੀ ਮਹਾਰਾਜ ਦੀ ਫੋਟੋ ਦੇ ਵਿੱਚ ਅੱਧੀ ਕੁ ਪਾਰਵਤੀ ਬਣਾਈ ਹੁੰਦੀ ਹੈ। ਅਤੇ ਪੁੱਛਣ ਤੋਂ ਪਤਾ ਲੱਗਾ ਵੀ ਇੱਕ ਪਾਸਾ ਬੰਦੇ ਦਾ ਜਨਾਨੀ ਦਾ ਹੁੰਦਾ ਅਤੇ ਜਨਾਨੀ ਦਾ ਇੱਕ ਪਾਸਾ ਬੰਦੇ ਦਾ ਹੁੰਦਾ। ਡਾਕਟਰ ਜਗਪਾਲ ਕੁੰਬੜੇ ਮੈਂ ਟੈਸਟ ਕਰਾਉਣ ਗਿਆ, ਕਹਿੰਦਾ ਲੈ ਹੱਥ ਕਰ। ਮੈਂ ਹੱਥ ਕੀਤਾ, ਕਹਿੰਦਾ ਨਹੀਂ ਦੂਸਰਾ ਕਰ। ਮੈਂ ਕਹਿੰਦਾ ਕੀ ਮਤਲਬ? ਕਹਿੰਦਾ ਬੀਬੀਆਂ ਵਾਲਾ ਹੱਥ ਹੈ, ਆਹ ਬੰਦਿਆਂ ਵਾਲਾ। ਮੈਂ ਕਿਹਾ ਹੱਥ ਤਾਂ ਦੋਵੇਂ ਮੇਰੇ ਨੇ। ਕਹਿੰਦੇ ਨਹੀਂ, ਉਹ ਸੱਜੇ ਖੱਬੇ ਦਾ ਕੋਈ ਭੇਦ ਹੈ, ਰੱਬ ਹੀ ਜਾਣਦਾ। ਤੋ ਅੱਧਾ ਸ਼ਿਵਜੀ ਅਤੇ ਅੱਧੀ ਪਾਰਵਤੀ ਤੁਸੀਂ ਫੋਟੋ ਕੈਲੰਡਰਾਂ 'ਤੇ ਦੇਖੀ ਹੋਊਗੀ। ਤੋ ਇਉਂ ਪੁਰਖ ਮੈਂ ਨਾਰ, ਬੰਦੇ 'ਚ ਜਨਾਨੀ ਹੈ ਅਤੇ ਨਾਰ ਮੈਂ ਪੁਰਖ ਹੈ, ਜਨਾਨੀਆਂ 'ਚ ਬੰਦੇ ਨੇ। ਪ੍ਰਤੱਖ ਤੁਸੀਂ ਵੇਖ ਲਓ, ਮਾਤਾ ਭਾਗੋ ਉਹਦੇ 'ਚ ਬੰਦਿਆਂ ਵਾਲਾ ਤੱਤ ਸੀਗਾ ਅਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਜਾਗ ਉੱਠਿਆ ਅਤੇ ਉਹ ਮਰਦਾਂ ਵਾਂਗ ਭਰਾਵਾਂ ਦੇ ਮੋਢੇ ਨਾਲ ਮੋਢਾ ਲਾ ਕੇ ਅਤੇ ਘੋੜੇ 'ਤੇ ਚੜ੍ਹ ਕੇ ਵੇਖੋ ਲੜੀ। ਹਜ਼ੂਰ ਸਾਹਿਬ ਮੈਂ ਕਈ ਵਾਰ ਮਾਤਾ ਭਾਗੋ ਦੇ ਗੁਰਦੁਆਰੇ ਕੰਧ 'ਤੇ ਵੇਖ ਕੇ ਅਤੇ ਸੋਚਦਾ ਹੁੰਦਾ ਵੀ ਇਹ ਬੰਦੂਕ ਜੇ ਕਿਤੇ ਮੈਨੂੰ ਕੋਈ ਫੜਾ ਦੇ ਅਤੇ ਮੈਂ ਤਾਂ ਇਹਨੂੰ ਚੁੱਕ ਨਹੀਂ ਸਕਦਾ, ਘੋੜੇ 'ਤੇ ਲੱਦ ਕੇ ਲਿਜਾਣੀ ਪਊਗੀ, ਟੈਂਪੂ ਕਰਨਾ ਪਊਗਾ, ਐਡੀ ਵੱਡੀ ਬੰਦੂਕ ਹੈ। ਤੋ ਮੇਰੇ ਵਰਗਾ ਤਾਂ ਉਹ ਫਿਕਰ 'ਚ ਪੈ ਜਾਊ। ਅਤੇ ਮਾਤਾ ਭਾਗੋ ਦਾ ਸਰੀਰ ਰੱਬ ਨੇ ਕਿੱਡਾ ਵੱਡਾ ਬਣਾਇਆ ਹੋਊਗਾ ਜਿੰਨੇ ਉਹ ਬੰਦੂਕ ਚਲਾਈ। ਉੱਥੇ ਬੰਦੂਕ ਕਿਉਂਕਿ ਪਈ ਹੋਈ ਹੈ। ਸੱਚਖੰਡ ਦੇ ਇੱਕ ਪਾਸੇ ਮਾਤਾ ਭਾਗੋ ਜੀ ਦੀ ਬੰਦੂਕ ਕੰਧ ਨਾਲ ਉਹਨਾਂ ਟੰਗੀ ਹੋਈ ਹੈ। ਦਰਸ਼ਨ ਕਰਾਉਂਦੇ ਨੇ, ਦੱਸਦੇ ਨੇ ਵੀ ਇਹ ਮਾਤਾ ਜੀ ਦੀ ਬੰਦੂਕ ਹੈ। ਮੁਕਤਸਰ ਟੁੱਟੀ ਗੰਢੀ ਵਾਲੇ ਸਥਾਨ ਦੇ ਮੁਸਲਮਾਨਾਂ ਦਾ ਮੁਕਾਬਲਾ ਕੀਤਾ ਮਾਤਾ ਭਾਗੋ ਨੇ, ਅਤੇ ਵੇਖੋ ਉਹਨਾਂ ਕੋਲੋਂ ਮਰੀ ਨਹੀਂ, ਮਾਫ਼ ਕਰਨਾ ਸ਼ਹੀਦ ਨਹੀਂ ਹੋਈ, ਸਹਿਕਦੀ ਸੀਗੀ। ਅਤੇ ਗੁਰੂ ਨੇ ਕਿਰਪਾ ਦੀ ਨਿਗਾਹ ਪਾਈ, ਹੱਥ ਰੱਖਿਆ, ਉਹਦਾ ਸਰੀਰ ਤੰਦਰੁਸਤ ਬਣਾ ਦਿੱਤਾ। ਫਿਰ ਉਹ ਨਿਹੰਗਾਂ ਵਾਲਾ ਚੋਲਾ ਪਵਾਇਆ। ਤੋ ਮਹਾਰਾਜ ਨੇ ਬੀਬੀਆਂ ਨੂੰ ਵੀ ਦਸਤਾਰਾਂ ਸਜਾਈਆਂ, ਅੰਮ੍ਰਿਤ ਛਕਾ ਕੇ ਬੰਦੇ ਬਣਾ ਦਿੱਤਾ। ਇਹ ਗੁਰੂ ਸਾਹਿਬ ਦੀ ਕਿਰਪਾ ਹੋਈ। ਬੀਬੀਆਂ ਦਾ ਨਾਮ ਕੌਰ ਹੁੰਦਾ। ਕੌਰ ਦਾ ਕੀ ਮਤਲਬ ਹੈ? ਰਾਜੇ ਦੇ ਦੋ ਮੁੰਡੇ ਹੁੰਦੇ ਨੇ, ਇੱਕ ਹੁੰਦਾ ਟਿੱਕਾ, ਇੱਕ ਹੁੰਦਾ ਕਮਰ। ਟਿੱਕਾ ਕਹਿੰਦੇ ਨੇ ਵੱਡੇ ਨੂੰ ਜਿਹਨੇ ਰਾਜਾ ਬਣਨਾ, ਅਤੇ ਵੱਡੇ ਦਾ ਜਿਹੜਾ ਛੋਟਾ ਭਰਾ ਹੈ ਉਹਨੂੰ ਕਮਰ ਕਹਿੰਦੇ ਨੇ, ਕਿਉਂਕਿ ਰਾਜਗੱਦੀ ਦਾ ਅਧਿਕਾਰੀ ਤਾਂ ਵੱਡਾ ਮੰਨਿਆ ਜਾਂਦਾ ਨਾ। ਜਿਹੜਾ ਛੋਟਾ ਭਰਾ ਉਹਨੂੰ ਕਮਰ ਕਹਿੰਦੇ ਨੇ। ਅਤੇ ਇਉਂ ਜਿਹੜੇ ਸਿੰਘ ਨੇ ਉਹ ਮਹਾਰਾਜ ਨੇ ਤਾਂ ਟਿੱਕੇ ਬਣਾਏ ਨੇ, ਸਿੰਘ ਨਾਮ ਦਿੱਤਾ ਸ਼ੇਰਾਂ ਵਾਲਾ। ਅਤੇ ਜਿਹੜੀਆਂ ਬੀਬੀਆਂ ਨੇ ਉਹ ਨਾਲ ਵਜ਼ੀਰ ਬਣਾ ਦਿੱਤੀਆਂ, ਕਮਰ ਬਣਾ ਦਿੱਤੀਆਂ।
ਮਤਲਬ ਬੀਬੀਆਂ ਨੂੰ ਵੀ ਬੰਦੇ ਸਮਝਿਆ, ਸਾਹਿਬਜ਼ਾਦੇ ਸਮਝਿਆ। ਰਾਜਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਅਤੇ ਮਹਾਰਾਜ ਨੇ ਸਿੰਘਾਂ ਅਤੇ ਬੀਬੀਆਂ ਨੂੰ ਆਪਦੇ ਬੱਚੇ ਹੀ ਸਮਝਿਆ ਹੈ। ਇਉਂ ਗੁਰੂ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਪ੍ਰਤੱਖ ਬੀਬੀਆਂ ਨੂੰ ਮਰਦ ਬਣਾਇਆ। ਇਉਂ ਨਾਰਵੇਂ ਪੁਰਖਾ ਇਸਤਰੀਆਂ ਤੋਂ ਸਾਹਿਬਾਂ ਨੇ ਮਰਦ ਬਣਾਇਆ ਹੈ। ਬੁੱਝਹੁ ਬ੍ਰਹਮ ਗਿਆਨੀ। ਇਹ ਜਿਹੜੀ ਸਮਝ ਹੈ ਬ੍ਰਹਮ ਗਿਆਨੀਆਂ ਤੋਂ, ਤੁਸੀਂ ਵੀ ਭਾਵੇਂ ਸਮਝ ਲਓ ਜਾਂ ਬ੍ਰਹਮ ਗਿਆਨੀ ਰੂਪ ਵੀ ਆਪ ਹੀ ਹੈ, ਇਹ ਗਿਆਨ ਨੂੰ ਸਮਝ ਲੈਣਾ ਕਰੋ। ਸੋ ਸਭਨਾਂ ਦੇ ਵਿੱਚ ਇਸਤਰੀਆਂ ਅਤੇ ਮਰਦਾਂ 'ਚ ਵਾਹਿਗੁਰੂ ਦੀ ਜੋਤ ਹੈ। ਤੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਇਹ ਮਹਾਰਾਜ ਪਰਮਾਤਮਾ ਨੂੰ ਆਪਾਂ ਮਿਲਣਾ ਚਾਹੁੰਦੇ ਹਾਂ ਜਾਂ ਸਾਡਾ ਮਨ ਨਹੀਂ ਟਿਕਦਾ ਜੀ। ਸਾਡਾ ਮਨ ਕਿਵੇਂ ਟਿਕੇ? ਸਭ ਤੋਂ ਮੋਟਾ ਸਵਾਲ ਇਹੀ ਹੁੰਦਾ ਨਾ ਕਿ ਮਨ ਨਹੀਂ ਟਿਕਦਾ ਜੀ। ਦੂਜਾ ਸਵਾਲ ਕਿ ਪਰਮਾਤਮਾ ਮਿਲਦਾ ਕਿਉਂ ਨਹੀਂ? ਸਤਿਗੁਰੂ ਮਹਾਰਾਜ ਕਹਿੰਦੇ ਭਾਈ ਧੁਨ ਮੈਂ ਧਿਆਨ। ਮਨ ਦੇ ਟਿਕਾਉਣ ਦਾ ਸਭ ਤੋਂ ਉੱਤਮ ਤਰੀਕਾ ਹੈ ਕਿ ਉੱਚੀ ਬੋਲੋ। ਸਾਡੇ ਵਿੱਚ ਇਹ ਘਾਟ ਹੈ, ਮੇਰੇ ਵਿੱਚ ਵੀ ਹੈ। ਆਪਾਂ ਸੋਚਦੇ ਹਾਂ ਕਿ ਆਪਾਂ ਇਕੱਲੇ ਹੀ ਹਾਂ ਅਤੇ ਫਿਰ ਚੁੱਪ ਕਰ ਜਾਂਦੇ ਹਾਂ। ਚੁੱਪ ਕੀਤੀ ਨੀਂਦ ਵੀ ਆ ਜਾਂਦੀ ਹੈ, ਮਨ ਫੁਰਨਿਆਂ 'ਚ ਵੀ ਰੁੜ ਜਾਂਦਾ ਹੈ। ਪਰ ਮਹਾਂਪੁਰਖਾਂ ਨੇ ਗੁਰਬਾਣੀ ਪਾਠ ਦਰਪਣ ਪੋਥੀ ਵਿੱਚ ਲਿਖਿਆ ਹੈ ਕਿ ਜਦ ਸਿੰਘ ਬਾਣੀ ਪੜ੍ਹੇ ਸੰਗਤ 'ਚ ਤਾਂ ਉੱਚੀ ਬੋਲਣਾ ਹੀ ਹੈ। ਅਤੇ ਇਕੱਲੇ ਵੀ ਇਕੱਲੇ ਨਾ ਸਮਝੋ, ਸਮਝੋ ਕਿ 10 ਪਾਤਸ਼ਾਹੀਆਂ ਸਾਡੇ ਕੋਲ ਹਾਜ਼ਰ ਨਾਜ਼ਰ ਨੇ ਅਤੇ ਆਪਾਂ ਉਹਨਾਂ ਨੂੰ ਸੁਣਾ ਰਹੇ ਹਾਂ। ਇਕੱਲੇ ਵੀ ਤੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਮਹਿਸੂਸ ਕਰੋ ਵੀ ਗੁਰੂ ਨਾਨਕ ਸਾਹਿਬ ਸਾਡੇ ਸਰਾਣੇ ਵੱਲ ਬੈਠ ਕੇ ਕੀਰਤਨ ਸੋਹਲੇ ਦਾ ਪਾਠ ਸੁਣ ਰਹੇ ਨੇ ਅਤੇ ਅਸੀਂ ਸੁਣਾ ਰਹੇ ਹਾਂ। ਮੈਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ, ਮਹਾਂਪੁਰਖ ਬਾਬਾ ਦਾਨ ਸਿੰਘ ਸਾਹਿਬ ਲਧਾਈਕੇ ਵਾਲੇ, ਇਹਨਾਂ ਤੋਂ ਪਹਿਲੇ ਮਹਾਂਪੁਰਖ ਸੀਗੇ। ਉਹਨਾਂ ਕਥਾ ਕਰਨੀ ਆਮ ਤੌਰ 'ਤੇ ਅੰਮ੍ਰਿਤ ਵੇਲੇ ਸੰਗਤਾਂ ਦਰਬਾਰ ਵਿੱਚ ਹਾਜ਼ਰ ਨਹੀਂ ਹੁੰਦੀਆਂ। ਉਹ ਗੁਰਦੁਆਰਾ ਵੀ ਪਿੰਡ ਤੋਂ ਬਾਹਰ ਗੁਰਦੁਆਰਾ ਖਾਲੀ ਹੋਣਾ, ਮਹਾਂਪੁਰਖਾਂ ਉੱਚੀ ਬੋਲੀ ਜਾਣਾ, ਟਾਈਮ ਹੀ ਉੱਪਰ ਲੈ ਜਾਣਾ। ਸਿੰਘ ਨਾਲ ਦਾ ਥੋੜ੍ਹਾ ਔਖਾ ਜਿਹਾ ਹੋ ਗਿਆ। ਕਹਿੰਦਾ ਬਾਬਾ ਜੀ ਇੰਨਾ ਨਾ ਉੱਚੀ ਤੁਸੀਂ ਸੰਘ ਪਾਠ ਦੀ ਇੰਨਾ ਬੋਲਦੇ ਹੋ, ਸੁਣਨ ਵਾਲਾ ਕੋਈ ਵੀ ਨਹੀਂ ਹੈ। 1.5 2 ਘੰਟੇ ਲੱਗੇ ਰਹਿੰਦੇ ਹੋ, ਜਾਂ ਤਾਂ ਕੋਈ ਸੁਣਨ ਵਾਲਾ ਹੋਵੇ ਫਿਰ ਵੀ ਬੰਦਾ ਸੋਚੇ। ਕਹਿੰਦੇ ਚੁੱਪ ਕਰ ਓਏ, ਇੰਨੀ ਤਾਂ ਸੰਗਤ ਹੈ ਸੁਣਨ ਵਾਲੀ। ਕਹਿੰਦੇ ਝੂਠ ਕਿਉਂ ਬੋਲਦੇ ਹੋ? ਗੁਰਦੁਆਰਾ ਤਾਂ ਖਾਲੀ ਪਿਆ ਹੈ। ਅਤੇ ਉਹ ਸਿੰਘ ਜਦ ਕਹਿੰਦੇ ਅਰਦਾਸ 'ਚ ਉੱਠਿਆ, ਪਤਾ ਨਹੀਂ ਅਰਦਾਸ 'ਚ ਖੜ੍ਹਾ ਸੀਗਾ, ਉਹਨੂੰ ਪਿੱਛੋਂ ਧੱਕਾ ਜਿਹਾ ਪਿਆ ਜਿਸ ਤਰ੍ਹਾਂ ਕੰਨ ਦੀ ਕਿਸੇ ਨੇ ਮਾਰੀ ਹੁੰਦੀ, ਅਤੇ ਨੱਕ ਪਰਨੇ ਧਰਤੀ 'ਤੇ ਡਿੱਗ ਪਿਆ। ਨਾਲ ਆਵਾਜ਼ ਆਈ, ਮੂਰਖਾ ਸੰਤਾਂ ਨਾਲ ਝਗੜੀ ਦਾ ਨਹੀਂ, ਸਾਨੂੰ ਕਥਾ ਸੁਣਾਉਂਦੇ ਨੇ, ਤੈਨੂੰ ਕੀ ਹੁੰਦਾ? ਤੂੰ ਲਾਗੇ ਬੈਠਾ ਹੀ ਬੋਲੀ ਜਾਂਦੇ। ਇੰਨੇ ਤਾਂ ਵੇਖੋ ਆਪਾਂ ਸਿੰਘ ਸੁਣ ਰਹੇ ਹਾਂ, ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਯਾਨੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕੀ ਸਮਝਿਆ ਦੱਸੋ? ਦੋਹਰਾ ਪੜ੍ਹਦੇ ਨਹੀਂ ਆਪਾਂ? ਆਗਿਆ ਪਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜੇ ਪੜ੍ਹਦੇ ਹਾਂ ਤਾਂ ਮੰਨੋ ਵੀ। ਫਿਰ ਇਕੱਲੇ ਤਾਂ ਨਹੀਂ ਹੋਏ ਆਪਾਂ, ਮਹਾਰਾਜ ਦੀ ਹਜ਼ੂਰੀ 'ਚ ਵਿੱਚ ਬੈਠੇ ਹਾਂ ਅਤੇ 10 ਪਾਤਸ਼ਾਹ ਸਾਡੇ ਸਨਮੁਖ ਨੇ, ਮੰਨਣਾ ਪਊਗਾ। 10 ਪਾਤਸ਼ਾਹੀਆਂ ਦੇ ਨਾਲ ਸੱਜੇ ਪਾਸੇ 15 ਭਗਤ ਵੀ ਬੈਠੇ ਨੇ ਅਤੇ ਸਾਹਮਣੇ 17 ਭੱਟ ਵੀ ਬਿਰਾਜਮਾਨ ਨੇ, ਜਿਨ੍ਹਾਂ ਦੀ ਬਾਣੀ ਉਹ ਹਾਜ਼ਰ ਹੀ ਨੇ। ਤੁਸੀਂ ਦੱਸੋ ਜੇ ਨਹੀਂ ਹਾਜ਼ਰ? ਜਿੰਨੇ ਸੰਤ ਨੇ ਦੁਨੀਆ 'ਤੇ ਜਿਉਂਦੇ ਵੀ ਅਤੇ ਚੜ੍ਹਾਈ ਕਰ ਗਏ ਵੀ, ਪਵਿੱਤਰ ਆਤਮਾਵਾਂ ਕਿੱਥੇ ਜਾਂਦੀਆਂ? ਗੁਰੂ ਜੀ ਦੇ ਚਰਨਾਂ 'ਚ ਹੀ ਰਹਿੰਦੀਆਂ। ਜਿੰਨੇ ਇਹ ਸ਼ਹੀਦ ਸਿੰਘ ਨੇ ਸਭ ਮਹਾਰਾਜ ਦੀ ਹਜ਼ੂਰੀ 'ਚ ਨੇ। ਗੁਰਦੁਆਰਾ ਖਾਲੀ ਕਿੱਥੋਂ ਹੋ ਗਿਆ ਬਈ? ਪਵਿੱਤਰ ਆਤਮਾਵਾਂ ਬਾਣੀ ਸੁਣਨ ਵਾਸਤੇ ਉਹ ਕਿਤੇ ਨਾ ਕਿਤੇ ਗਾਹੇ ਬਗਾਹੇ ਜ਼ਰੂਰ ਆਉਂਦੀਆਂ ਨੇ। ਤਾਈਓ ਕਹੀਦਾ ਵੀ ਜੋਤ ਜਗਾਓ ਅਤੇ ਦੇਸੀ ਘਿਓ ਦੀ ਸਮੈਲ ਆਵੇ, ਵਾਤਾਵਰਨ ਸਵੱਛ ਰਹੇ। ਤਾਈਓ ਆਖੀਦਾ ਵੀ ਧੂਪ ਦਿਖਾਓ, ਜਗ੍ਹਾ ਸੁਗੰਧਿਤ ਰਹੇ, ਕਿਉਂਕਿ ਆਤਮਾਵਾਂ ਬਦਬੂ ਵਾਲੀ ਗੰਦੀ ਜਗ੍ਹਾ 'ਤੇ ਨਹੀਂ ਨਿਵਾਸ ਰੱਖ ਸਕਦੀਆਂ। ਤਾਂ ਮਹਾਰਾਜ ਦੀ ਹਜ਼ੂਰੀ ਵਿੱਚ ਸੈਂਟ ਆਦਿਕ, ਧੂਪ ਆਦਿਕ, ਜੋਤ ਆਦਿਕ ਦੀ ਪ੍ਰੋਵੀਜ਼ਨ ਤਾਈਓ ਬਣਾਈ ਜਾਂਦੀ ਹੈ। ਮੂਰਖ ਲੋਕ ਇਹਨੂੰ ਕਰਮ ਕਾਂਡ ਮੰਨਦੇ ਨੇ, ਅਖੇ ਜੀ ਇਹ ਤਾਂ ਹਵਨ ਸਮੱਗਰੀ ਹੈ ਜੀ,
ਇਹ ਤਾਂ ਐ ਜੀ, ਇਹ ਤਾਂ ਜੀ ਜੇ ਮੰਦਿਰ ਦੇ ਵਿੱਚ ਸਮੱਗਰੀ ਚਲੀ ਗਈ ਜਾਂ ਧੂਪ ਚਲੀ ਗਈ, ਥੋੜ੍ਹਾ ਵੀ ਉਹ ਗੁਰਦੁਆਰੇ ਨਹੀਂ ਆਪਾਂ ਲਿਆ ਸਕਦੇ। ਪੂੜੀਆਂ ਛੋਲੇ ਵੀ ਤਾਂ ਖਾਂਦੇ ਹੀ ਆ, ਉਹ ਵੀ ਤਾਂ ਮੰਦਿਰ 'ਚ ਵਰਤਦੇ ਨੇ। ਅਤੇ ਇਸ ਵਾਸਤੇ ਚੀਜ਼ ਹੈ, ਜਿੱਥੇ ਮਰਜ਼ੀ ਕੋਈ ਨਾਰੀਅਲ ਚਲਾ ਗਿਆ ਇੱਥੋਂ ਆਪਾਂ ਗੁਰਦੁਆਰੇ ਨਹੀਂ ਲਿਆ ਸਕਦੇ। ਨਾਰੀਅਲ ਇੱਕ ਫਲ ਹੈ, ਅਤੇ ਗੁਰੂ ਘਰ ਭੇਟਾ ਕਰਨ ਤੋਂ ਮੰਦਿਰ ਕਿੱਥੋਂ ਨਾਲ ਆ ਗਿਆ? ਮੈਂ ਤਾਂ ਹੈਰਾਨ ਹਾਂ ਦੁਨੀਆ ਦੇ, ਇਹਦੇ 'ਚ ਮੱਤ ਕਿੱਥੋਂ ਆ ਗਈ? ਬ੍ਰਾਹਮਣ ਮੱਤ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਰਹੇ ਹਾਂ, ਮਹਾਰਾਜ ਦੀ ਹਜ਼ੂਰੀ 'ਚ ਪਿਆ ਰਹੋ ਵਿਚਾਰ, ਆਪਾਂ ਇਕੱਲੇ ਨਹੀਂ ਹਾਂ। ਤਾਂ ਇਸ ਲਈ ਜੇ ਉੱਚੀ ਬੋਲਿਆ ਜਾਏ ਅਤੇ ਆਵਾਜ਼ ਦੇ ਵਿੱਚ ਧਿਆਨ ਜੋੜਿਆ ਜਾਏ ਤਾਂ ਕੁਦਰਤੀ ਮਨ ਇਕਾਗਰ ਹੋ ਜਾਂਦਾ। ਬੰਦੇ ਦਾ ਮਨ ਉਦੋਂ ਭਟਕਦਾ ਜਦੋਂ ਇਕੱਲਾ ਹੋਵੇ। ਹੁਣ ਆਪਾਂ ਸੰਗਤ 'ਚ ਬੈਠੇ ਹਾਂ, ਕੁਦਰਤੀ ਮਨ ਟਿਕੂਗਾ, ਬੁਰੇ ਪਾਸੇ ਜਾਊਗਾ ਹੀ ਨਹੀਂ। ਤਾਂ ਇਸ ਲਈ ਇਸ ਤਰ੍ਹਾਂ ਦੀਆਂ ਫੀਲਿੰਗਸ ਲਈਏ ਜੋ ਮਹਾਰਾਜ ਦੀ ਕਿਰਪਾ ਨਾਲ ਆਉਂਦੀਆਂ ਨੇ। ਮਹਾਰਾਜ ਫਰਮਾਉਂਦੇ ਨੇ ਇਕਾਗਰਤਾ ਦਾ ਸਭ ਤੋਂ ਉੱਤਮ ਤਰੀਕਾ ਇਹ ਹੈ ਕਿ ਉੱਚੀ ਬੋਲੋ ਅਤੇ ਆਪ ਦੇ ਬੋਲ ਦੇ ਵਿੱਚ ਧਿਆਨ ਜੋੜੋ। ਮਹਿ ਧਿਆਨ, ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਦਾ ਪਾਠ ਉੱਚੀ ਪੜ੍ਹੋਗੇ ਅਤੇ ਆਪ ਦੀ ਆਵਾਜ਼ ਨੂੰ ਖੁਦ ਆਪ ਸੁਣੋਗੇ, ਧਿਆਨ ਮਹਿ ਜਾਣਿਆ, ਉਹਦੇ ਵਿੱਚ ਧਿਆਨ ਜੋੜੋਗੇ, ਉਹਦੇ ਵਿੱਚੋਂ ਤੁਹਾਨੂੰ ਪ੍ਰਕਾਸ਼ ਦੀ ਪ੍ਰਾਪਤੀ ਹੋਵੇਗੀ। ਪ੍ਰਕਾਸ਼ ਵਿੱਚੋਂ ਹੀ ਜੇ ਕਹੋਗੇ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣ, ਉਹ ਮਹਾਰਾਜ ਨਾਨਕ ਸਾਹਿਬ ਦੇ, ਜੇ ਕਹੋਗੇ ਕਲਗੀਧਰ ਜੀ ਦੇ, ਇਉਂ ਹੈ ਤਾਂ ਮਹਾਰਾਜ ਪ੍ਰਕਾਸ਼ ਜੋਤੀ ਸਰੂਪ। ਆਕਾਰ ਉਸ ਤਰ੍ਹਾਂ ਦਾ ਬਣ ਜਾਊ ਜਿਸ ਤਰ੍ਹਾਂ ਦੀ ਤੁਹਾਡੀ ਭਾਵਨਾ ਹੋਊਗੀ। ਇਉਂ ਧਿਆਨ ਦੇ ਵਿੱਚ ਵਾਹਿਗੁਰੂ ਨੂੰ ਜਾਣਿਆ ਹੈ। ਗੁਰਮੁਖੇ ਅਕਥ ਕਹਾਣੀ, ਇਹ ਜਿਹੜੀ ਕਥਾ ਕੀਤੀ ਹੈ ਇਹ ਅਕਥ ਕਥਾ ਗੁਰਮੁਖਾਂ ਦੀ ਹੈ, ਉੱਚੀ ਅਵਸਥਾ ਵਾਲੀ, ਜੋ ਕਹਿਣ ਅਤੇ ਕਥਨ ਤੋਂ ਸਮਝ ਤੋਂ ਪਰੇ ਦੀ ਬਾਤ ਹੈ। ਜਿਨ੍ਹਾਂ ਨੇ ਜਾਣਿਆ ਸੋ ਉਹਨਾਂ ਨੂੰ ਹੀ ਪਤਾ ਹੈ। ਮਨ ਮੈਂ ਜੋਤ, ਜੋਤ ਮਹਿ ਮਨੁਆ, ਮਨ ਦੇ ਵਿੱਚ ਮਨ ਰੂਪ ਹੈ ਵਾਹਿਗੁਰੂ, ਖਟ ਜੋਤੀਆਂ ਵਿੱਚ ਜੋਤੀ ਸਰੂਪ ਹੈ। ਪੰਚ ਮਿਲੇ ਗੁਰ ਭਾਈ, ਚੇਤਨ ਵੱਡਾ ਅਤੇ ਭਾਵਨ ਰੂਪ ਹਰੀ ਜੀ ਸਭ ਦੇ ਵਿੱਚ ਮਿਲ ਰਿਹਾ ਹੈ। ਜਾਂ ਇਸੇ ਪ੍ਰਕਾਰ ਪੰਜ ਮਿਲੇ ਗੁਰ ਭਾਈ, ਪੰਜ ਪ੍ਰਾਣਾਂ ਵਿੱਚ ਪੰਜ ਪ੍ਰਾਣ ਰੂਪ ਹੈ ਅਤੇ ਗੁਰ ਸਾਖੀ ਚੇਤਨ ਹੈ। ਸਾਰੇ ਇੰਦਰੀਆਂ ਨੂੰ ਪ੍ਰਕਾਸ਼ ਕਰਕੇ ਵਿੱਚ ਮਿਲ ਰਿਹਾ, ਤਿੱਥੇ ਲੋ ਲੋ ਆਕਾਰ। ਨਾਨਕ ਤਿਨ ਕੈ ਸਦ ਬਲਿਹਾਰੀ, ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਅਸੀਂ ਉਹਨਾਂ ਦੇ ਉੱਪਰੋਂ ਹਮੇਸ਼ਾ ਬਲਿਹਾਰ ਕੁਰਬਾਨ ਜਾਂਦੇ ਹਾਂ। ਜਿਨ ਏਕ ਸ਼ਬਦ ਲਿਵ ਲਾਈ, ਜਿਨ੍ਹਾਂ ਨੇ ਇੱਕ ਬ੍ਰਹਮ ਦੇ ਵਿੱਚ ਆਪਣੀ ਬਿਰਤੀ ਲਾਉਣਾ ਕੀਤੀ ਹੈ, ਉਹਨਾਂ ਤੋਂ ਬਲਿਹਾਰ ਜਾਈਏ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਕੁਰਬਾਨੇ ਜਾਉ। ਜੇ ਕੋਈ ਬੱਚਾ ਤੁਹਾਡਾ ਪਾਠ ਕਰਨਾ ਸ਼ੁਰੂ ਕਰ ਦੇਵੇ, ਉਹਨੂੰ ਬੁਰਾ ਨਾ ਸਮਝੋ ਜਾਂ ਤਰਕ ਨਾ ਮਾਰੋ ਕਿ ਵਿਹਲੜ ਹੈ। ਮੈਨੂੰ ਯਾਦ ਹੈ ਕਿ ਹੈੱਡ ਗ੍ਰੰਥੀ ਗਿਆਨੀ ਮੋਹਨ ਸਿੰਘ, ਹਰ ਸਾਲ ਉਹਨਾਂ ਦੇ ਪਿੰਡ ਜਾਣ ਦਾ ਮੌਕਾ ਮਿਲਦਾ। ਰਾਜਗੜ੍ਹ ਪਿੰਡ ਬਰਨਾਲਾ ਰੋਡ 'ਤੇ, ਰਾਜਕੋਟ ਤੋਂ ਬਰਨਾਲਾ। ਭਰਾ ਕਹਿੰਦੇ ਆਪਾਂ ਸੋਚਣਾ ਵੀ ਵਿਹਲਾ ਹੈ, ਕੰਮ ਤਾਂ ਕੋਈ ਕਰਦਾ ਨਹੀਂ, ਇਹਦਾ ਬਣੂਗਾ ਕੀ, ਖਾਊਗਾ ਕਿਵੇਂ? ਅਤੇ ਜਦੋਂ ਗੁਰੂ ਦੀ ਕਿਰਪਾ ਹੋਈ, ਹੈੱਡ ਗ੍ਰੰਥੀ ਬਣੇ, ਕਹਿੰਦੇ ਅਸੀਂ ਹੈਰਾਨ ਰਹਿ ਗਏ ਵੀ ਪਰਮਾਤਮਾ ਵੇਖੋ ਕਿੱਡਾ ਬੇਅੰਤ ਹੈ। ਮਹਾਂਪੁਰਖਾਂ ਦੀ ਸੰਗਤ ਕੀਤੀ ਅਤੇ ਬਾਬਾ ਜੀ ਨੇ ਉਹਨਾਂ ਦੇ ਘਰ ਆਪ ਜਾਣਾ ਅਤੇ ਉਹਨਾਂ ਖੁਸ਼ੀ ਦੇ ਨਾਲ ਆਸ਼ੀਸ਼ ਕਰ ਉੱਠਣਾ, ਕਹਿਣਾ ਬਾਬਾ ਜੀ ਵੇਖੋ ਕਿੰਨੀ ਕਿਰਪਾ, ਤੁਸੀਂ ਮੈਨੂੰ ਆਪ ਮਿਲਣ ਆਉਂਦੇ ਹੋ। ਵੇਖੋ ਆਪਾਂ ਇਕੱਠੇ ਰਹੇ ਵੱਡੇ ਸੰਤਾਂ ਕੋਲੋਂ ਅਤੇ ਤੁਸੀਂ ਜਥੇਦਾਰ ਬਣ ਗਏ ਟਕਸਾਲ ਦੇ, ਅਤੇ ਮੈਨੂੰ ਮਹਾਰਾਜ ਨੇ ਵੇਖੋ ਆਪ ਦੇ ਚਰਨੀ ਲਾ ਰਿਹਾ। ਜਦ ਉਹਨਾਂ ਮੰਗਲ ਕਰਨੇ, ਦੁਨੀਆ ਖੜ ਖੜ ਕੇ ਹੁਕਮਨਾਮੇ ਨੂੰ ਸੁਣਨਾ। ਇੰਨੀ ਪੱਕੀ ਆਦਤ ਲੋਕਾਂ ਦੀ ਬਣੀ ਹੋਈ ਹੈ ਵੀ ਜਦ ਹੁਕਮਨਾਮਾ ਸ਼ੁਰੂ ਹੋਏ ਐ ਸਨਾਟਾ ਛਾ ਜਾਂਦਾ, ਕੋਈ ਉੱਥੇ ਪੰਛੀ ਵੀ ਨਹੀਂ ਬੋਲਦਾ। ਇੰਨੇ ਪੰਛੀ ਉੱਥੇ ਰਹਿੰਦੇ, ਇੰਨੀ ਚੁੱਪ ਚਾਂ ਅਤੇ ਖੜੇ ਖੜੇ, ਜਿੱਥੇ ਕੋਈ ਖੜਿਆ ਜਿੱਥੇ ਬੈਠਿਆ, ਬੜੀ ਇਕਾਗਰਤਾ ਨਾਲ ਹੁਕਮਨਾਮਾ ਸੁਣਨਾ। ਅੱਧਾ ਅੱਧਾ ਘੰਟਾ ਉਹਨਾਂ ਸੋ ਇੰਨੇ ਮੰਗਲ ਕਰਨੇ ਕਿ ਸ਼ਬਦ ਦੀ ਕਥਾ ਹੀ ਕਰ ਦੇਣੀ। ਤੋ ਇੰਝ ਕਿਸੇ 'ਤੇ ਤਰਕ ਨਾ ਕਰੋ ਵੀ ਆਹ ਮਾੜਾ ਜਾਂ ਚੰਗਾ। ਜੇ ਕੋਈ ਬੱਚਾ ਸ਼ਰਾਬੀ ਵੀ ਹੋਵੇ ਅਤੇ ਜਾਂ ਬੁਰੇ ਪਾਸੇ, ਉਹਨੂੰ ਦੁਨੀਆ ਬੁਰਾ ਨਹੀਂ ਕਹਿੰਦੀ, ਸਾਰੇ ਉਹਦੇ ਨਾਲ ਪਿਆਰ ਕਰਦੇ
ਉਹਨੂੰ ਕਹਿੰਦੇ ਵੀ ਇਹ ਕਮਾਊ ਪੁੱਤ ਹੈ। ਅਤੇ ਜਿਹੜਾ ਗੁਰੂ ਘਰ ਆਉਂਦਾ ਮਹਾਰਾਜ ਦੀ ਸੰਗਤ ਹੈ, ਇਹਦੀ ਜੇ ਆਪਾਂ ਵਡਿਆਈ ਨਹੀਂ ਕਰ ਸਕਦੇ ਜਾਂ ਬਲਿਹਾਰ ਨਹੀਂ ਜਾ ਸਕਦੇ, ਘੱਟ ਤੋਂ ਘੱਟ ਸੰਕੋਚ ਕਰੀਏ ਵੀ ਨਿੰਦਿਆ ਤੋਂ ਗੁਰੇਜ਼ ਹੋਵੇ। ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਭਵਨ। ਨਾਨਕ ਤਿਨ ਕੈ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵਲਾਈ। ਜਿਨ੍ਹਾਂ ਇੱਕ ਸ਼ਬਦ ਇੱਕ ਬ੍ਰਹਮ 'ਚ ਆਪਣੀ ਬਿਰਤੀ ਲਾਈ ਹੈ। ਇਹ ਕਲਯੁਗ ਦਾ ਭਿਆਨਕ ਸਮਾਂ, ਬਿਰਤੀ ਲੱਗਦੀ ਕਿੱਥੇ ਹੈ? ਮਹਾਰਾਜ ਕਹਿੰਦੇ ਉਹਨਾਂ ਸੰਤਾਂ ਤੋਂ, ਉਹਨਾਂ ਰੱਬ ਦੇ ਪਿਆਰਿਆਂ ਗੁਰਮੁਖਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ ਜੀ। ਭੁੱਲ ਚੁੱਕ ਖਿਮਾ ਕਰੋਗੇ ਤੋ ਸਮਤ ਬਖਸ਼ੋ। ਮਨ ਮਹਿ ਜੋਤ ਜੋਤ ਮਹਿ ਮਨੁਆ, ਪੰਚ ਮਿਲੇ ਗੁਰ ਭਾਈ। ਨਾਨਕ ਤਿਨ ਕੈ ਸਾਧ ਬਲਿਹਾਰੀ, ਜਿਨ ਏਕ ਸ਼ਬਦ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।